स्वागत है जी तुहाडा मेरे यूट्यूब चैनल JGH एजुकेशन पॉइंट ਦੇ ਵਿੱਚ। ਅੱਜ ਆਪਾਂ ਮੌਰੀਆ ਸਾਮਰਾਜ ਦੇ ਮਹਾਰਾਜਾ ਅਸ਼ੋਕ ਬਾਰੇ ਪੜਾਂਗੇ, ਜੋ ਕਿ ਇੱਕ ਬੜੇ ਮਹਾਨ ਸਮਰਾਟ ਹੋਏ ਨੇ। ਇਹ ਬੁੱਧ ਧਰਮ ਦੇ ਪੈਰੋਕਾਰ ਵੀ ਸੀ। ਚਲੋ ਅੱਜ ਆਪਾਂ ਇਹਨਾਂ ਦੀ ਬਾਰੇ ਗੱਲਬਾਤ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਅਸ਼ੋਕ, ਜਿਨ੍ਹਾਂ ਨੂੰ ਸਮਰਾਟ ਅਸ਼ੋਕ, ਮਹਾਰਾਜਾ ਅਸ਼ੋਕ भी कहा जाता है। 273 ईस्वी पूर्व ਵਿੱਚ ਬਿੰਦੂਸਾਰ ਦੀ ਮੌਤ ਤੋਂ ਬਾਅਦ ਉਸਦਾ ਛੋਟਾ ਪੁੱਤਰ ਅਸ਼ੋਕ ਉੱਤਰਾਧਿਕਾਰੀ ਬਣਿਆ। ਆਪਾਂ ਪਿਛਲੇ ਲੈਸਨ ਵਿੱਚ ਪੜ੍ਹਿਆ ਸੀ ਬਿੰਦੂਸਾਰ ਬਾਰੇ। ਅਸ਼ੋਕ ਦੇ ਪਿਤਾ ਜੀ ਦਾ ਨਾਮ ਬਿੰਦੂਸਾਰ ਸੀ। ਇਹਨਾਂ ਨੇ ਦੋ ਬੇਟੇ ਸੀ। ਬੜੇ ਦਾ ਨਾਮ ਸੁਸ਼ੀਮ ਸੀ ਅਤੇ ਛੋਟੇ ਦਾ ਨਾਮ ਸੀਗਾ ਅਸ਼ੋਕਾ। ਅਸ਼ੋਕ ਕਾਬਿਲ ਸੀ, ਯੋਧਾ ਸੀ, ਤਾਕਤਵਰ ਸੀ, ਬੁੱਧੀ ਵਾਲਾ ਇਨਸਾਨ ਸੀ, ਜਿਸ ਕਾਰਨ ਇਹਨੇ ਆਪਣੀ ਚਤੁਰਾਈ ਨਾਲ, ਬੁੱਧੀ ਨਾਲ ਅਤੇ ਯੋਗਤਾ ਦੇ ਨਾਲ ਬਿੰਦੂਸਾਰ ਦੀ ਮੌਤ ਤੋਂ ਬਾਅਦ ਮੌਰੀਆ ਸਾਮਰਾਜ ਦਾ ਕਾਰਜ ਭਾਗ ਸੰਭਾਲਿਆ ਜਾਂ ਉਸ ਦਾ ਉੱਤਰਾਧਿਕਾਰੀ ਬਣਿਆ। ਇਸ ਦਾ ਜਨਮ 294 ਈਸਵੀ ਪੂਰਵ ਦੇ ਵਿੱਚ ਹੋਇਆ। ਇਸ ਦੀ ਮਾਤਾ ਦਾ ਨਾਮ ਸੁਭਦਰੰਗੀ ਸੀ ਅਤੇ ਪੁੱਤਰ ਦਾ ਨਾਮ ਮਹਿੰਦਰ ਸੀ। ਬੌਧੀ ਗ੍ਰੰਥਾਂ ਅਨੁਸਾਰ ਬਿੰਦੂਸਾਰ ਦੀਆਂ 16 ਰਾਣੀਆਂ ਅਤੇ 101 ਪੁੱਤਰ ਸਨ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜੇਕਰ ਅਸੀਂ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਬੌਧੀ ਗ੍ਰੰਥਾਂ ਅਤੇ ਜੈਨੀ ਗ੍ਰੰਥਾਂ ਤੋਂ ਸਾਨੂੰ ਇਹਨਾਂ ਬਾਰੇ ਪਤਾ ਚੱਲਦਾ ਹੈ, ਜਿਸ ਦੇ ਅਨੁਸਾਰ ਬਿੰਦੂਸਾਰ ਦੀਆਂ 16 ਰਾਣੀਆਂ ਅਤੇ 101 ਪੁੱਤਰ ਸਨ, ਜਿਨ੍ਹਾਂ ਵਿੱਚ ਅਸ਼ੋਕ ਸਭ ਨਾਲੋਂ ਵੱਧ ਹੁਸ਼ਿਆਰ ਸੀ ਅਤੇ ਯੋਗ ਸੀ। ਦੇਖੋ, ਜੇ ਯੋਗ ਸੀ ਤਾਂ ਹੀ ਮੌਰੀਆ ਸਮਰਾਟ ਬਣਿਆ। ਯੋਗਤਾ ਦੇ ਹਿਸਾਬ ਨਾਲ ਪਹਿਲਾਂ ਇਹ ਉਜੈਨ ਦਾ ਗਵਰਨਰ ਅਤੇ ਬਾਅਦ ਵਿੱਚ ਤਕਸ਼ਿਲਾ ਦਾ ਗਵਰਨਰ ਬਣਿਆ। ਦੇਖੋ, ਆਪਾਂ ਪਿਛਲੇ ਲੈਸਨ 'ਚ ਪੜ੍ਹਿਆ ਸੀ ਵੀ ਤਕਸ਼ਿਲਾ 'ਚ ਵਿਰੋਧ ਹੋ ਗਿਆ ਸੀ, ਜਿਹਨੂੰ ਸੁਸ਼ੀਮ ਦਿਵਾਉਣ ਦੇ ਵਿੱਚ ਨਾਕਾਮਯਾਬ ਰਿਹਾ ਅਤੇ ਅਸ਼ੋਕ ਨੇ ਇਹ ਵਿਦਰੋਹ ਨੂੰ ਦਬਾਤਾ ਸੀ, ਜਿਸ ਕਾਰਨ ਇਹ ਤਕਸ਼ਿਲਾ ਦਾ ਗਵਰਨਰ ਬਣ ਗਿਆ ਸੀ। ਪਹਿਲਾਂ ਉਜੈਨ ਦਾ ਸੀ, ਬਾਅਦ ਵਿੱਚ ਤਕਸ਼ਿਲਾ ਦਾ ਗਵਰਨਰ ਬਣਿਆ। ਕਈ ਵਿਚਾਰਾਂ ਅਨੁਸਾਰ ਅਸ਼ੋਕ ਨੇ ਆਪਣੇ ਭਰਾਵਾਂ ਦਾ ਕਤਲ ਕਰਕੇ ਰਾਜ ਗੱਦੀ ਹਾਸਲ ਕੀਤੀ। ਦੇਖੋ, ਜਦੋਂ ਇਹਨਾਂ ਬਾਰੇ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਇਤਿਹਾਸ ਨਾਲ ਸੰਬੰਧਿਤ ਆਪਾਂ ਨੂੰ ਬਹੁਤ ਸਾਰੇ ਵਿਚਾਰ ਦੇਖਣ ਨੂੰ ਮਿਲ ਜਾਂਦੇ ਨੇ, ਜਿਹਦੇ ਅਨੁਸਾਰ ਇਹ ਵੀ ਕਈ ਕਿਤਾਬਾਂ 'ਚ ਲਿਖਿਆ ਗਿਆ, ਗ੍ਰੰਥਾਂ 'ਚ ਲਿਖਿਆ ਗਿਆ ਵੀ ਅਸ਼ੋਕ ਨੇ ਆਪਣੇ ਭਰਾਵਾਂ ਨੂੰ ਮਾਰ ਕੇ ਜਾਂ ਆਪਣੇ ਹੋਰ ਭਰਾਵਾਂ ਦਾ ਕਤਲ ਕਰਕੇ ਜਿਹੜੀ ਮੌਰੀਆ ਸਾਮਰਾਜ ਦੀ ਰਾਜਗੱਦੀ ਹਾਸਲ ਕੀਤੀ ਸੀ। 232 ਈਸਵੀ ਪੂਰਵ ਤੱਕ ਰਾਜ ਕੀਤਾ ਸੀ ਇਸਨੇ। ਅੱਗੇ ਗੱਲ ਕਰਦੇ ਹਾਂ ਆਪਾਂ ਕਲਿੰਗ ਯੁੱਧ। ਕਲਿੰਗ ਮਤਲਬ ਉੜੀਸਾ ਦਾ ਖੇਤਰ, ਠੀਕ ਹੈ। ਕਲਿੰਗਾ ਜਿਹੜਾ ਕਲਿੰਗ ਯੁੱਧ ਸੀ ਬਹੁਤ ਜ਼ਿਆਦਾ ਜਿਹੜਾ ਮਸ਼ਹੂਰ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਔਰ ਉਹ ਅਸ਼ੋਕ ਨੂੰ ਵਿਰਾਸਤ ਵਿੱਚ ਵਿਸ਼ਾਲ ਸਾਮਰਾਜ ਪ੍ਰਾਪਤ ਹੋਇਆ। ਦੱਖਣ ਵਿੱਚ ਕਲਿੰਗ ਦਾ ਪ੍ਰਦੇਸ਼ ਸੀ ਜੋ ਉਸਨੇ ਅਜੇ ਤੱਕ ਜਿੱਤਿਆ ਨਹੀਂ ਸੀ। ਉਸਨੇ 267 ਈਸਵੀ ਪੂਰਵ ਨੂੰ ਕਲਿੰਗ ਉੱਤੇ ਹਮਲਾ ਕੀਤਾ। ਦੇਖੋ, ਪਿਛਲੇ ਲੈਸਨ ਜਿਨ੍ਹਾਂ ਨੇ ਸੁਣੇ ਹੋਏ ਨੇ ਉਹ 'ਚ ਪਤਾ ਲੱਗਦਾ ਵੀ ਆਪਾਂ ਨੂੰ ਵੀ ਇਹਨਾਂ ਦਾ ਸਾਮਰਾਜ ਕਿੰਨਾ ਵਿਸ਼ਾਲ ਸੀ, ਠੀਕ ਹੈ। ਵਿਰਾਸਤ ਦੇ ਵਿੱਚ ਇਹਨਾਂ ਨੂੰ, ਅਸ਼ੋਕ ਨੂੰ, ਜੋ ਸਾਮਰਾਜ ਸੀ, ਵਿਸ਼ਾਲ ਸਾਮਰਾਜ ਪ੍ਰਾਪਤ ਹੋਇਆ ਅਤੇ ਉਸਨੇ ਇਹਨੂੰ ਸਾਂਭ ਕੇ ਵੀ ਰੱਖਿਆ। ਬਸ ਇੱਕ ਕਲਿੰਗ ਪ੍ਰਦੇਸ਼ ਸੀਗਾ ਦੱਖਣ ਦੇ ਵਿੱਚ ਜੋ ਅਜੇ ਤੱਕ ਜਿੱਤਿਆ ਨਹੀਂ ਸੀ। ਸੋ ਉਸਨੇ ਉਸ ਨੂੰ ਜਿੱਤਣ ਵਾਸਤੇ 267 ਈਸਵੀ ਨੂੰ ਕਲਿੰਗ 'ਤੇ ਚੜ੍ਹਾਈ ਕੀਤੀ, ਠੀਕ ਹੈ, ਹਮਲਾ ਕੀਤਾ। ਮੈਗਨਥੀਸ ਦੁਆਰਾ ਕਲਿੰਗ ਦੀ ਸੈਨਾ ਦਾ ਵਰਣਨ ਇਸ ਤਰ੍ਹਾਂ: 60,000 ਪੈਦਲ ਸੈਨਿਕ, 10,000 ਘੋੜਸਵਾਰ, 700 ਹਾਥੀ। ਦੇਖੋ, ਇਹ
ਇਹਨਾਂ ਮਹਾਰਾਜਿਆਂ ਕੋਲ ਵਿਸ਼ਾਲ ਸੈਨਾ ਹੁੰਦੀ ਸੀ। 60,000 ਪੈਦਲ ਸੈਨਿਕ ਸੀਗੇ, 10,000 ਘੋੜਸਵਾਰ ਬਹੁਤ ਜ਼ਿਆਦਾ ਹੁੰਦੇ ਨੇ। ਅੱਜ ਕੱਲ੍ਹ ਜੇ ਆਪਾਂ ਦੇਖੀਏ ਵੀ 10,000 ਘੋੜਸਵਾਰ, 700 ਹਾਥੀ ਉਸ ਸਮੇਂ ਕਲਿੰਗ ਸੈਨਾ ਦੇ ਵਿੱਚ ਇਹ ਲੈ ਕੇ ਗਏ ਅਸ਼ੋਕ। ਅਸ਼ੋਕ ਦੇ 13 ਸ਼ਿਲਾਲੇਖਾਂ ਤੋਂ ਪਤਾ ਚੱਲਦਾ ਹੈ ਕਿ ਯੁੱਧ ਬਹੁਤ ਜ਼ਿਆਦਾ ਭਿਆਨਕ ਸੀ। ਇਸ ਯੁੱਧ ਵਿੱਚ 1 ਲੱਖ ਸੈਨਿਕ ਮਾਰਿਆ ਗਿਆ ਅਤੇ 1.5 ਲੱਖ ਨੂੰ ਕੈਦੀ ਬਣਾਇਆ ਗਿਆ। ਲੱਖਾਂ ਸੈਨਿਕ ਜ਼ਖਮੀ ਹੋਏ। ਅਸ਼ੋਕ ਦੀ ਜਿੱਤ ਹੋਈ ਅਤੇ ਕਲਿੰਗ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਗਿਆ। ਇੱਕ ਅਸ਼ੋਕ ਮੂਵੀ ਆਈ ਸੀ, ਸ਼ਾਇਦ ਤੁਸੀਂ ਦੇਖੀ ਹੋਣੀ ਹੈ, ਉਹਦੇ ਵਿੱਚ ਵੀ ਦਿਖਾਇਆ ਗਿਆ ਹੈ। ਦੇਖੋ, ਅਸ਼ੋਕ ਮਹਾਨ ਸੀ, ਯੋਧਾ ਸੀ, ਬਹਾਦਰ ਸੀ। ਕਲਿੰਗ ਦੀ ਸੈਨਾ, ਜਦੋਂ ਕਲਿੰਗ ਦਾ ਯੁੱਧ ਹੋਇਆ ਤਾਂ ਬਹੁਤ ਜ਼ਿਆਦਾ ਸੈਨਿਕ ਮਾਰੇ ਗਏ, ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ, ਜਿਹਦਾ ਇਹਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਡੂੰਘਾ ਪ੍ਰਭਾਵ ਪਿਆ। ਉਸ ਤੋਂ ਬਾਅਦ ਇਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ, ਬੁੱਧ ਧਰਮ ਦੀ ਸ਼ਰਨ ਵਿੱਚ ਆ ਗਿਆ, ਜਾਂ ਬੁੱਧ ਧਰਮ ਇਹਨੇ ਅਪਣਾ ਲਿਆ। ਕਾਰਨ ਕੀ ਸੀ? ਕਲਿੰਗ ਦੇ ਯੁੱਧ ਦੇ ਵਿੱਚ ਹੋਇਆ ਖੂਨ ਖਰਾਬਾ ਦੇਖ ਕੇ ਇਹਦਾ ਮਨ, ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਖੂਨ ਖਰਾਬਾ ਹੋਇਆ ਸੀ, ਜਾਂ ਕੈਦੀ ਜਾਂ ਸੈਨਿਕ ਮਾਰੇ ਗਏ ਸੀ, ਜਿਨ੍ਹਾਂ ਨੂੰ ਦੇਖ ਕੇ ਇਹਦਾ ਮਨ ਦੇ ਉੱਪਰ ਬਹੁਤ ਡੂੰਘਾ ਪ੍ਰਭਾਵ ਪਿਆ ਅਤੇ ਇਹ ਬੁੱਧ ਧਰਮ ਦੇ ਵਿੱਚ ਆ ਗਿਆ। ਹੁਣ ਆਪਾਂ ਉਸ ਸਮੇਂ ਦੇ ਮੰਤਰੀਆਂ ਦੀ ਗੱਲ ਕਰਦੇ ਹਾਂ। ਨੰਬਰ 1 ਤੇ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੀ। ਇਹ ਪ੍ਰਧਾਨ ਮੰਤਰੀ ਜੋ ਉਸ ਸਮੇਂ ਸੀ, ਇਹ ਸਾਰੇ ਵਿਭਾਗਾਂ ਦੀ ਦੇਖ ਰੇਖ ਕਰਦਾ ਸੀ ਅਤੇ ਸਮਰਾਟ ਨੂੰ ਸਲਾਹ ਵੀ ਦਿੰਦਾ ਸੀ। ਸੈਨਾਪਤੀ, ਇਹ ਸੈਨਾ ਦਾ ਮੁਖੀ ਹੁੰਦਾ ਸੀ। ਪੁਰੋਹਿਤ, ਇਹ ਰਾਜ ਦਾ ਪੁਜਾਰੀ ਹੁੰਦਾ ਸੀ ਅਤੇ ਰਾਜੇ ਨੂੰ ਸਲਾਹ ਵੀ ਦਿੰਦਾ ਸੀ। ਸੰਨਿਧਾਤਾ, ਖਜ਼ਾਨਾ ਮੰਤਰੀ। ਦੇਖੋ, ਉਸ ਸਮੇਂ ਸੰਨਿਧਾਤਾ ਕਿਹਾ ਜਾਂਦਾ ਸੀ ਖਜ਼ਾਨਾ ਮੰਤਰੀ ਨੂੰ। ਸਮਹਰਤਾ ਸੀ ਵਿੱਤ ਮੰਤਰੀ। ਦੰਡਪਾਲ, ਪੁਲਿਸ ਵਿਭਾਗ ਦਾ ਮੁਖੀ। ਦੁਰਗਪਾਲ, ਕਿਲ੍ਹੇ ਦੀ ਰਾਖੀ ਕਰਨ ਵਾਲਾ। ਅਮਾਤਿਆ, ਨਿਆਂ ਅਤੇ ਪ੍ਰਸ਼ਾਸਨਿਕ ਪ੍ਰਬੰਧ ਦਾ ਕੰਮ ਦੇਖਦਾ ਸੀਗਾ ਇਹ। ਕਰਮੰਤਕ, ਜਾਂ ਕਈ ਜਗ੍ਹਾ 'ਤੇ ਕਾਰਮੰਤਕ ਵੀ ਲਿਖਿਆ ਗਿਆ, ਕਾਰਖਾਨਿਆਂ ਦੀ ਦੇਖਭਾਲ ਕਰਨ ਵਾਲਾ ਹੁੰਦਾ ਸੀ। ਮਤਲਬ ਉਹਨਾਂ ਦਾ ਪ੍ਰਬੰਧ ਕਰਦਾ ਸੀ, ਦੇਖਭਾਲ ਕਰਦਾ ਸੀ। ਇਹਨਾਂ ਨੂੰ ਡਿਊਟੀਆਂ ਲਗਾਈਆਂ ਗਈਆਂ ਸੀ ਇਹਨਾਂ ਨੇ। ਨੰਬਰ 10 ਤੇ ਦੀਵਾਰਿਕ ਨੂੰ ਗ੍ਰਹਿ ਮੰਤਰੀ ਕਿਹਾ ਜਾਂਦਾ ਸੀ। ਇਹ ਥੋੜ੍ਹੇ ਜਿਹੇ ਵਰਡ ਨੇ, ਤੁਸੀਂ ਸੰਨਿਧਾਤਾ ਹੋ ਗਿਆ, ਸਮਹਰਤਾ, ਦੰਡਪਾਲ, ਦੁਰਗਪਾਲ, ਅਮਾਤਿਆ, ਕਰਮੰਤਕ, ਦੀਵਾਰਿਕ, ਪੁਰੋਹਿਤ, ਇਹ ਸਾਰੇ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਇੱਕ ਵਾਰੀ ਪੜ੍ਹਦੇ ਹੋ ਵੀ ਉਸ ਸਮੇਂ ਇਹਨਾਂ ਨੂੰ ਕੀ ਕਿਹਾ ਜਾਂਦਾ ਸੀ ਅਤੇ ਕੀ ਕੰਮ ਕਰਦੇ ਸੀਗੇ। ਮਹਾਮੰਤਰੀ ਅਤੇ ਸੈਨਾਪਤੀ ਨੂੰ 48,000 ਪਣ ਵੇਤਨ ਮਿਲਦਾ ਸੀ। ਪਣ ਦਾ ਮਤਲਬ ਚਾਂਦੀ। 48,000 ਸਿੱਕੇ ਮਿਲਦੇ ਸੀ ਉਸ ਸਮੇਂ, ਪਣ ਵੇਤਨ ਮਿਲਦਾ ਸੀ। ਉੱਚ ਅਧਿਕਾਰੀਆਂ ਨੂੰ ਤੀਰਥ ਕਹਿੰਦੇ ਸਨ। ਜਿਹੜੇ ਉੱਚ ਅਧਿਕਾਰੀ ਹੁੰਦੇ ਸੀਗੇ ਉਹਨਾਂ ਨੂੰ ਤੀਰਥ ਕਿਹਾ ਜਾਂਦਾ ਸੀ। ਪ੍ਰਾਂਤ ਦੇ ਮੁਖੀ ਨੂੰ ਕੁਮਾਰ ਕਹਿੰਦੇ ਸਨ। ਜ਼ਿਲ੍ਹਿਆਂ ਨੂੰ ਜਨਪਦ ਕਿਹਾ ਜਾਂਦਾ ਸੀ। ਖੇਤੀ ਦਾ ਲਗਾਨ ਲੈਣ ਵਾਲੇ ਨੂੰ ਰਾਜੁਕ ਕਿਹਾ ਜਾਂਦਾ ਸੀ। ਲੇਖਾ ਅਧਿਕਾਰੀ ਨੂੰ ਯੁਕਤ ਕਿਹਾ ਜਾਂਦਾ ਸੀ। ਅੱਗੇ ਗੱਲ ਕਰਦੇ ਹਾਂ ਆਪਾਂ ਅਸ਼ੋਕ ਦੇ ਥੰਮਾਂ ਦੀ। ਬੜੇ ਇੰਪੋਰਟੈਂਟ ਨੇ। ਅਸ਼ੋਕ ਨੇ ਬੁੱਧ ਧਰਮ ਦੇ ਵਿੱਚ ਆ ਕੇ ਬੁੱਧ ਧਰਮ ਨੂੰ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਥੰਮ ਬਣਾਏ। ਪਹਿਲਾਂ ਗੱਲ ਕਰਦੇ ਹਾਂ ਵੀ ਥੰਮਾਂ ਦਾ ਸਿਧਾਂਤ ਕੀ ਸੀ, ਥੰਮ ਬਣਾਉਣ ਦਾ ਕਾਰਨ ਕੀ ਸੀ, ਜਾਂ ਥੰਮ ਸਾਨੂੰ ਕੀ ਸਿਧਾਂਤ ਪੇਸ਼ ਕਰਦੇ ਸਾਡੇ ਮੂਹਰੇ। ਨੰਬਰ 1 ਤੇ ਵੱਡਿਆਂ ਦਾ ਆਦਰ, ਛੋਟਿਆਂ ਨਾਲ ਪਿਆਰ, ਸੱਚ, ਦਾਨ, ਪਵਿੱਤਰ ਜੀਵਨ, ਅਹਿੰਸਾ, ਸੱਚੇ ਰੀਤੀ ਰਿਵਾਜ, ਧਾਰਮਿਕ ਸਹਿਣਸ਼ੀਲਤਾ। ਨੰਬਰ 9 ਤੇ ਕਰਮ ਸਿਧਾਂਤ। ਇਹ ਥੰਮਾਂ ਦੇ
ਪ੍ਰਿੰਸੀਪਲਸ ਨੇ, ਜਿਹਨਾਂ ਨੂੰ ਸਿਧਾਂਤ ਬੋਲ ਦਿੰਦੇ ਆਪਾਂ। ਅਸ਼ੋਕ ਨੇ 84,000 ਸਤੂਪ ਬਣਵਾਏ, ਜਿਨ੍ਹਾਂ 'ਚੋਂ ਸਾਂਚੀ ਸਤੂਪ ਜਿਹੜਾ ਕਿ ਮੱਧ ਪ੍ਰਦੇਸ਼ ਦੇ ਵਿੱਚ ਹੈ ਬਹੁਤ ਜ਼ਿਆਦਾ ਮਸ਼ਹੂਰ ਹੈ। ਕਈ ਥੰਮ ਤਾਂ 50 ਤੋਂ 60 ਫੁੱਟ ਉੱਚੇ ਅਤੇ 50 ਟਨ ਦੇ ਲਗਭਗ ਸਨ। ਇੰਨੇ ਮਤਲਬ ਜਿਹੜੇ ਸਤੂਪ ਬਣਾਏ, ਜਿਹਨਾਂ ਸਾਂਚੀ ਸਤੂਪ ਤਾਂ ਤੁਸੀਂ ਨਾਮ ਸੁਣਿਆ ਹੀ ਹੋਣਾ, ਮੱਧ ਪ੍ਰਦੇਸ਼ ਦੇ ਵਿੱਚ ਹੈ। ਅਤੇ ਕਈ 50 60 ਉੱਚੇ ਫੁੱਟ ਲੰਬੇ ਅਤੇ 50 ਟਨ ਦੇ ਲਗਭਗ ਸੀਗੇ, ਅਤੇ ਇੱਕ ਹੀ ਚਟਾਨ ਨੂੰ ਘੜ ਕੇ ਬਣਾਏ ਹੋਏ ਸਨ। ਨੰਬਰ 4 'ਤੇ ਹੈ ਸਾਰਨਾਥ ਦਾ ਸਤੰਭ। ਇਹ ਯੂਪੀ 'ਚ ਹੈ, ਜਿਸ ਉੱਤੇ ਬਣੇ ਸ਼ੇਰਾਂ ਨੂੰ ਭਾਰਤ ਸਰਕਾਰ ਨੇ ਆਪਣੇ ਸਿੱਕਿਆਂ 'ਤੇ ਅੰਕਿਤ ਕੀਤਾ ਹੋਇਆ ਹੈ। ਤੁਸੀਂ ਦੇਖਿਆ ਹੋਣਾ, ਇੱਕ ਦਾ $2, ਇੱਕ ਦਾ ਉਹਦੇ ਬੈਕ ਸਾਈਡ 'ਤੇ ਜਿਹਨੂੰ ਆਪਾਂ ਹੈੱਡ ਬੋਲ ਦਿੰਦੇ ਹਾਂ, ਸ਼ੇਰਾਂ ਦੀ ਮੂਰਤੀ ਦੇਖੀ ਹੋਣੀ ਆ ਅਸੀਂ, ਸ਼ੇਰ ਬਣੇ ਹੋਏ ਨੇ। ਉਹ ਵੈਸੇ ਦੇਖਣ ਨੂੰ 3 ਸਾਹਮਣੇ ਨਜ਼ਰ ਆਉਂਦੇ ਆ, ਆਪਾਂ ਇੱਕ ਸਾਹਮਣੇ 2 ਸਾਈਡ 'ਤੇ, ਇੱਕ ਉਹਦੇ ਬੈਕ ਸਾਈਡ 'ਤੇ ਵੀ ਹੈ, ਮਤਲਬ 4 ਸ਼ੇਰ ਨੇ ਉਹ। ਇਹ ਅਸ਼ੋਕ ਦੇ ਸਾਰਨਾਥ ਦੇ ਸਤੰਭ ਉੱਤੇ ਬਣੇ ਹੋਏ ਨੇ ਸ਼ੇਰ। ਇਹ ਜਿਹੜੇ ਭਾਰਤ ਸਰਕਾਰ ਨੇ ਆਪਣੇ ਸਿੱਕਿਆਂ ਦੇ ਉੱਪਰ, ਜਿਹੜੇ ਕੁਆਇਨਸ ਨੇ ਉਹਨਾਂ ਦੇ ਉੱਪਰ ਇਹਨਾਂ ਨੂੰ ਅੰਕਿਤ ਕੀਤਾ ਹੋਇਆ। ਲੌਰੀਆ ਨੰਦਗੜ੍ਹ ਜੋ ਬਿਹਾਰ ਦੇ ਵਿੱਚ ਹੈ ਦੇ ਸਤੰਭ, ਜਿਸ ਉੱਪਰ ਸ਼ੇਰ ਦੀ ਮੂਰਤੀ ਬਣੀ ਹੋਈ ਹੈ, ਬਹੁਤ ਪ੍ਰਸਿੱਧ ਹੈ। ਬਿਹਾਰ ਦੇ ਵਿੱਚ ਹੈ ਲੌਰੀਆ ਨੰਦਗੜ੍ਹ ਦੇ ਸਤੰਭ, ਇਹਨਾਂ ਨੇ ਸ਼ੇਰ ਦੀ ਮੂਰਤੀ ਬਣੀ ਹੈ, ਬਹੁਤ ਜ਼ਿਆਦਾ ਪ੍ਰਸਿੱਧ ਨੇ। ਇਸ ਦੌਰ ਵਿੱਚ ਪਾਲਿਸ਼ ਦੀ ਕਲਾ ਬਹੁਤ ਵਧੀਆ ਸੀ। ਪਾਲਿਸ਼ ਮਤਲਬ ਇਹਨਾਂ ਪਿਲਰਸ ਨੂੰ, ਜਿਹੜੇ ਸਤੰਭ ਸੀਗੇ, ਇਹਨਾਂ ਨੂੰ ਪਾਲਿਸ਼ ਕਰਦੇ ਸੀ ਬਾਅਦ 'ਚ ਤਾਂ ਜੋ ਚਮਕਣ। ਇਹ ਗਿਆ ਦੀਆਂ ਗੁਫਾਵਾਂ ਅਤੇ ਕੋਟਲਾ ਫਿਰੋਜ਼ ਸ਼ਾਹ ਦਾ ਸਤੰਭ ਦਿੱਲੀ ਵਿੱਚ ਹੈ, ਜਿਹੜਾ ਕਿ ਅੱਜ ਵੀ ਸ਼ੀਸ਼ੇ ਵਾਂਗ ਚਮਕਦਾ ਹੈ। ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ, ਜਾ ਕੇ ਦੇਖ ਸਕਦੇ ਹੋ, ਨੈੱਟ 'ਤੇ ਦੇਖ ਸਕਦੇ ਹੋ, ਠੀਕ ਹੈ ਨਾ। ਅਜੇ ਵੀ ਉਸ ਸਮੇਂ ਦੀ ਬਹੁਤ ਪੁਰਾਣੀ ਗੱਲ ਹੈ, ਫਿਰ ਵੀ ਚਲੋ ਅੱਜ ਤੱਕ ਇੰਨਾ ਜ਼ਿਆਦਾ ਉਸ ਸਮੇਂ ਟੈਕਨੀਕ ਸੀ, ਇਹਨਾਂ ਨੂੰ ਕਲਾ ਵਿੱਚ ਨਿਪੁੰਨ ਸੀਗੇ ਇਹ, ਵੀ ਪਾਲਿਸ਼ ਕਰਕੇ ਅੱਜ ਤੱਕ ਉਹ ਚੀਜ਼ ਉੱਦਾਂ ਹੀ ਸਾਂਭੀ ਪਈ ਹੈ। ਸਿੱਕੇ, ਸੋਨੇ ਦੇ ਸਿੱਕੇ ਨੂੰ ਸਵਰਨ ਕਿਹਾ ਜਾਂਦਾ ਸੀ ਉਸ ਸਮੇਂ, ਸੋਨੇ ਦੇ ਸਿੱਕੇ ਨੂੰ ਸਵਰਨ ਕਹਿੰਦੇ ਸਨ। ਚਾਂਦੀ ਦੇ ਸਿੱਕੇ ਨੂੰ ਪਣ, ਤੁਹਾਨੂੰ ਪਹਿਲਾਂ ਦੱਸਿਆ ਸੀ ਉੱਪਰਲੇ ਪਾਸੇ ਵੀ 40,000 ਪਣ ਵੇਤਨ ਮਿਲਦਾ ਸੀ। ਚਾਂਦੀ ਦੇ ਸਿੱਕੇ ਨੂੰ ਪਣ ਕਹਿੰਦੇ ਸਨ। ਤਾਂਬੇ ਦੇ ਸਿੱਕੇ ਨੂੰ ਮਾਸ਼ਕ ਕਿਹਾ ਜਾਂਦਾ ਸੀ। ਨੰਬਰ 1 ਹੈ ਪਿੱਲਰ ਐਟ ਵਿਸ਼ਾਲੀ, 279 ਤੋਂ 232 ਤੱਕ ਇਹ ਬਣੇ। ਇੱਥੇ ਮਹਾਤਮਾ ਬੁੱਧ ਨੇ ਆਪਣਾ ਅਖੀਰ ਵਾਰੀ ਉਪਦੇਸ਼ ਦਿੱਤਾ ਸੀ, ਲਾਸਟ ਵਾਰ ਇੱਥੇ ਪ੍ਰੀਚ ਕੀਤਾ ਸੀ ਮਹਾਤਮਾ ਬੁੱਧ ਨੇ, ਉਹਦੀ ਯਾਦ ਦੇ ਵਿੱਚ ਇਹ ਪਿੱਲਰ ਬਣਿਆ ਹੋਇਆ, ਪਿੱਲਰ ਐਟ ਵਿਸ਼ਾਲੀ। ਪਿੱਲਰ ਐਟ ਲੂੰਬਿਨੀ, ਇੱਥੇ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ। ਤੁਸੀਂ ਮਹਾਤਮਾ ਬੁੱਧ ਬਾਰੇ ਪੜ੍ਹਿਆ ਹੋਣਾ, ਪਹਿਲਾਂ ਪੜ੍ਹਾਇਆ ਸੀ ਮੈਂ। ਇੱਥੇ ਦੱਸਿਆ ਗਿਆ ਪਿੱਲਰ ਜਿਹੜਾ ਬਣਿਆ ਹੋਇਆ ਹੈ ਲੂੰਬਿਨੀ ਦੇ ਵਿੱਚ, ਉਹ ਮਹਾਤਮਾ ਬੁੱਧ ਦੇ ਜਨਮ ਦੀ ਯਾਦਗਾਰ 'ਚ ਬਣਿਆ ਹੋਇਆ। ਪਿੱਲਰ ਐਟ ਸਾਂਚੀ ਅਤੇ ਪਿੱਲਰ ਐਟ ਸਾਰਨਾਥ, ਠੀਕ ਹੈ। ਇਹ ਜਿਹੜੇ ਪਿੱਲਰ ਸਾਂਚੀ ਅਤੇ ਪਿੱਲਰ ਸਾਰਨਾਥ ਦੇ ਨੇ, ਇਹ ਦੋਵੇਂ ਸਤੰਭ ਵੀ ਬਹੁਤ ਜ਼ਿਆਦਾ ਮਸ਼ਹੂਰ ਨੇ। ਗੱਲ ਕਰਦੇ ਹਾਂ ਸ਼ਿਲਾ ਲੇਖਾਂ ਦੀ। ਇਹ ਖਰੋਸ਼ਟੀ ਅਤੇ ਪ੍ਰਾਕ੍ਰਿਤ ਲਿਪੀ ਵਿੱਚ ਲਿਖੇ ਹੋਏ ਹਨ। ਯਾਦ ਰੱਖਿਓ ਵੀ ਜਿਹੜੇ ਇਹ ਸਤੰਭਾਂ ਦੇ ਉੱਪਰ ਲੇਖ ਲਿਖੇ ਗਏ ਨੇ, ਅਤੇ ਇਹ ਖਰੋਸ਼ਟੀ ਲਿਪੀ ਅਤੇ ਪ੍ਰਾਕ੍ਰਿਤ ਲਿਪੀ ਵਿੱਚ ਲਿਖੇ ਹੋਏ ਨੇ, ਇਹਨਾਂ ਉੱਪਰ ਜੋ ਲਿਖਿਆ ਹੋਇਆ। ਛੋਟੇ ਸ਼ਿਲਾਲੇਖ, ਇਹ ਸ਼ਿਲਾਲੇਖ ਅਸ਼ੋਕ ਦੁਆਰਾ ਬੁੱਧ ਧਰਮ ਨੂੰ ਸਵੀਕਾਰ ਕਰਨ ਅਤੇ ਕੁਝ ਸਿਧਾਂਤਾਂ ਬਾਰੇ ਦੱਸਦੇ ਹਨ। ਜਿਹੜੇ ਛੋਟੇ ਸ਼ਿਲਾਲੇਖ ਨੇ, ਇਹ ਬੁੱਧ ਧਰਮ ਨੂੰ ਅਸ਼ੋਕ ਨੇ ਕਿਵੇਂ ਸਵੀਕਾਰ ਕੀਤਾ, ਕਿਵੇਂ ਮਤਲਬ ਧਰਮ ਦੇ ਵਿੱਚ ਆਇਆ। ਇਹ 'ਚ ਓਬਵੀਅਸਲੀ ਇਹ 'ਚ ਕਲਿੰਗਾ ਬਾਰੇ ਵੀ ਦੱਸਿਆ ਹੋਊਗਾ, ਕਲਿੰਗਵਾਰ ਬਾਰੇ ਵੀ, ਠੀਕ ਹੈ। ਬੁੱਧ ਧਰਮ ਨੂੰ ਦੇ ਸਵੀਕਾਰ ਕਿਵੇਂ ਕੀਤਾ ਅਤੇ ਸਿਧਾਂਤਾਂ ਬਾਰੇ ਵੀ ਇਹ ਦੱਸਦੇ ਨੇ, ਜਿਹੜੇ ਕਿ 258 ਤੋਂ 57 ਈਸਵੀ ਪੂਰਵ ਦੇ ਵਿੱਚ ਬਣੇ। ਸਥਾਨ, ਇਹ ਕਿੱਥੇ ਨੇ ਛੋਟੇ ਸ਼ਿਲਾਲੇਖ? ਇਹ ਪੂਰਬੀ ਭਾਰਤ ਵਿੱਚ
ਸ਼ਿਸ਼ਰਾਮ, ਮੱਧ ਭਾਰਤ ਵਿੱਚ ਰੂਪਨਾਥ, ਰਾਜਸਥਾਨ ਵਿੱਚ ਬੈਰਾਤ, ਦੱਖਣੀ ਭਾਰਤ ਵਿੱਚ ਸਿੱਧਪੁਰ, ਰਾਮੇਸ਼ਵਰ ਦੇ ਬ੍ਰਹਮਗਿਰੀ ਵਿੱਚ ਹਨ। ਨੋਟ ਕਰ ਲਿਓ ਵੀ ਹੈ ਕਿੱਥੇ ਨੇ ਛੋਟੇ ਸ਼ਿਲਾਲੇਖ। ਦੁਬਾਰਾ ਰਿਪੀਟ ਕਰ ਦਿੰਦਾ ਮੈਂ ਇੱਕ ਵਾਰੀ। ਇਹ ਪੂਰਬੀ ਭਾਰਤ ਵਿੱਚ ਸ਼ਿਸ਼ਰਾਮ, ਮੱਧ ਭਾਰਤ ਵਿੱਚ ਰੂਪਨਾਥ, ਰਾਜਸਥਾਨ ਵਿੱਚ ਬੈਰਾਤ, ਦੱਖਣੀ ਭਾਰਤ ਵਿੱਚ ਸਿੱਧਪੁਰ ਤੇ ਰਾਮੇਸ਼ਵਰ ਦੇ ਬ੍ਰਹਮਗਿਰੀ ਵਿੱਚ ਹਨ। ਇਹ ਵੀ ਨੋਟ ਕਰ ਲਿਓ। ਸਭ ਤੋਂ ਪਹਿਲਾਂ 1837 ਵਿੱਚ ਜੇਮਸ ਪ੍ਰਿੰਸਿਪ ਨੇ ਅਭਿਲੇਖਾਂ ਨੂੰ ਅਤੇ ਲਿਪੀ ਨੂੰ ਪੜ੍ਹਿਆ। ਆ ਜਾਂਦਾ ਸਮਟਾਈਮ ਵੀ ਸਭ ਤੋਂ ਪਹਿਲਾਂ ਕਿਹਨੇ ਪੜ੍ਹਿਆ ਸੀ? ਤਾਂ 1837 ਵਿੱਚ ਜੇਮਸ ਪ੍ਰਿੰਸਿਪ ਨੇ ਇਹਨਾਂ ਅਭਿਲੇਖਾਂ ਨੂੰ ਅਤੇ ਲਿਪੀ ਨੂੰ ਪੜ੍ਹਿਆ। ਨੰਬਰ 2 ਤੇ ਹੈ ਭਾਂਬਰੂ ਜਾਂ ਬੈਰਾਤ ਦੇ ਸ਼ਿਲਾਲੇਖ। ਇਸ ਵਿੱਚ ਅਸ਼ੋਕ ਦੇ ਬੁੱਧ ਧਰਮ ਪ੍ਰਤੀ ਸ਼ਰਧਾ ਅਤੇ ਬੁੱਧ ਦੁਆਰਾ ਦਿੱਤੇ ਆਦੇਸ਼ਾਂ ਦਾ ਵਰਣਨ ਹੈ। ਜਿਹੜੇ ਭਾਂਬਰੂ ਤੇ ਬੈਰਾਤ ਦੇ ਵਿੱਚ ਸ਼ਿਲਾਲੇਖ ਨੇ ਨਾ, ਇਹਨਾਂ ਦੇ ਵਿੱਚ ਅਸ਼ੋਕ ਦੀ ਬੁੱਧ ਧਰਮ ਪ੍ਰਤੀ ਸ਼ਰਧਾ ਵੀ ਕਿਵੇਂ ਉਹ ਬੁੱਧ ਧਰਮ ਪ੍ਰਤੀ ਉਹਦਾ ਸਨੇਹ ਸੀ ਤੇ ਬੁੱਧ ਦੁਆਰਾ ਦਿੱਤੇ ਗਏ ਆਦੇਸ਼ਾਂ ਨੂੰ ਲਿਖਿਆ ਗਿਆ। ਇਹ 258 ਤੋਂ 257 'ਚ ਬਣੇ। ਇਹ ਰਾਜਸਥਾਨ ਵਿੱਚ ਭਾਂਬਰੂ ਨਾਮਕ ਸਥਾਨ 'ਤੇ ਨੇ। ਜਿਹੜੇ ਇਹ ਸ਼ਿਲਾਲੇਖ ਨੇ ਇਹ ਰਾਜਸਥਾਨ ਵਿੱਚ ਭਾਂਬਰੂ ਨਾਮ ਦੀ ਜਗ੍ਹਾ ਹੈ, ਉੱਥੇ ਇਹ ਸਥਿਤ ਹੈ। ਕਲਿੰਗ ਦੇ ਸ਼ਿਲਾਲੇਖ। ਕਲਿੰਗ ਦੇ ਰਾਜ ਬਾਰੇ ਅਤੇ ਕਲਿੰਗ ਵਿੱਚ ਰਾਜੇ ਦੁਆਰਾ ਕੀਤੇ ਭਲਾਈ ਦੇ ਕੰਮਾਂ ਬਾਰੇ ਲਿਖਿਆ ਹੈ। ਜਿਹੜੇ ਕਲਿੰਗ ਦੇ ਸ਼ਿਲਾਲੇਖ ਨੇ ਇਹਨਾਂ ਵਿੱਚ ਫਿਰ ਬਾਅਦ ਵਿੱਚ ਅਸ਼ੋਕ ਨੇ ਕੀ ਭਲਾਈ ਦੇ ਕੰਮ ਕਰਵਾਏ ਉੱਥੇ, ਉਹਨਾਂ ਬਾਰੇ ਇਹਨਾਂ ਉੱਪਰ ਲਿਖਿਆ ਗਿਆ। ਨੰਬਰ 4 ਤੇ ਹੈ 14 ਸ਼ਿਲਾਲੇਖ। ਇਹ ਸਭ ਤੋਂ ਮਹੱਤਵਪੂਰਨ ਮੰਨੇ ਜਾਂਦੇ ਹਨ। ਜਿਹੜੇ 14 ਹੈਗੇ ਨੇ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨੇ ਜਾਂਦੇ ਹਨ। ਇਹਨਾਂ ਤੋਂ ਅਸ਼ੋਕ ਦੇ ਰਾਜ ਬਾਰੇ ਅਤੇ ਧਰਮ ਬਾਰੇ ਸਾਨੂੰ ਪਤਾ ਚੱਲਦਾ ਹੈ। ਇਹਨਾਂ ਤੋਂ ਹੀ ਸਾਨੂੰ ਪਤਾ ਚੱਲਦਾ ਹੈ ਅਸ਼ੋਕ ਦੇ ਰਾਜ ਬਾਰੇ, ਰਾਜ ਕਿੱਦਾਂ ਦਾ ਸੀ, ਤੇ ਧਰਮ ਬਾਰੇ ਸਾਰਿਆਂ ਵਿੱਚ ਅਲੱਗ-ਅਲੱਗ ਜਾਣਕਾਰੀ ਹੈ। ਇਹ 257 ਤੋਂ 256 ਈਸਵੀ ਵਿੱਚ ਬਣੇ। ਹੈ ਕਿੱਥੇ ਨੇ ਇਹ? ਇਹ ਉੱਤਰ ਪੱਛਮੀ ਭਾਰਤ ਵਿੱਚ ਸ਼ਾਹਬਾਜ਼ਗੜੀ ਅਤੇ ਮਾਨਾ ਸ਼ੇਰਾ, ਉੱਤਰੀ ਭਾਰਤ ਵਿੱਚ ਕਾਲਸੀ, ਪੱਛਮੀ ਭਾਰਤ ਵਿੱਚ ਗਿਰਨੌਰ ਅਤੇ ਦੱਖਣੀ ਭਾਰਤ ਵਿੱਚ ਮਾਨਕੀ ਨਾਮਕ ਸਥਾਨ 'ਤੇ ਹਨ। ਦੁਬਾਰਾ ਇੱਕ ਵਾਰ ਰਿਪੀਟ ਕਰ ਦਿੰਦਾ ਮੈਂ। ਜਿਹੜੇ 14 ਸ਼ਿਲਾਲੇਖ ਨੇ, 14 ਸ਼ਿਲਾਲੇਖ ਨੇ, ਹੈ ਕਿੱਥੇ ਨੇ ਇਹ? ਪਹਿਲਾਂ ਦੇਖੋ ਵੀ ਕਾਹਦੇ ਵਾਸਤੇ ਸੀਗੇ ਇਹ। ਅਸ਼ੋਕ ਦੇ ਪਹਿਲਾਂ ਤਾਂ ਇਹ 'ਚ ਇਹਨਾਂ ਜਿਹੜੇ 14 ਸ਼ਿਲਾਲੇਖ ਨੇ ਇਹਨਾਂ ਤੋਂ ਪਤਾ ਚੱਲਦਾ ਵੀ ਅਸ਼ੋਕ ਦਾ ਰਾਜ ਕਿੱਦਾਂ ਦਾ ਸੀ। ਫਿਰ ਧਰਮ ਬਾਰੇ ਪਤਾ ਚੱਲਦਾ ਹੈ ਅਤੇ ਸਾਰੇ ਸ਼ਿਲਾਲੇਖਾਂ ਵਿੱਚ ਅਲੱਗ-ਅਲੱਗ ਚੀਜ਼ ਲਿਖੀ ਹੋਈ ਹੈ, ਅਲੱਗ-ਅਲੱਗ ਜਾਣਕਾਰੀ ਦਿੱਤੀ ਗਈ ਹੈ। ਹੈ ਕਿੱਥੇ ਨੇ ਇਹ? ਉੱਤਰ ਪੱਛਮੀ ਭਾਰਤ ਵਿੱਚ ਸ਼ਾਹਬਾਜ਼ਗੜੀ ਅਤੇ ਮਾਨਾ ਸ਼ੇਰਾ, ਉੱਤਰੀ ਭਾਰਤ ਵਿੱਚ ਕਾਲਸੀ, ਪੱਛਮੀ ਭਾਰਤ ਵਿੱਚ ਗਿਰਨਾਰ ਅਤੇ ਦੱਖਣੀ ਭਾਰਤ ਵਿੱਚ ਮਾਨਕੀ ਨਾਮਕ ਸਥਾਨ 'ਤੇ ਹਨ। ਹੁਣ ਗੱਲ ਕਰਦੇ ਹਾਂ ਸਤੰਭਾਂ ਦੀ। ਨੰਬਰ 1 ਤੇ 7 ਸਤੰਭ ਲੇਖ। ਇਹ ਸਤੰਭ ਧਰਮ ਦੇ ਸਿਧਾਂਤਾਂ 'ਤੇ ਆਧਾਰਿਤ ਹਨ। ਹੈ ਕਿੱਥੇ ਨੇ ਇਹ? ਦਿੱਲੀ ਦੇ ਟੋਪਰਾ, ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਪ੍ਰਯਾਗ, ਬਿਹਾਰ ਦੇ ਰਾਮਪੂਰਨਾ, ਝੋਰੀਆ ਇਰਾਰਾਜ ਅਤੇ ਝੋਰੀਆ ਨੰਦਗੜ੍ਹ ਨਾਮੀ ਸਥਾਨ 'ਤੇ ਹਨ। ਤੁਸੀਂ ਨੋਟ ਕਰ ਲਿਓ, ਸਮਟਾਈਮ ਕੁਐਸਚਨ ਆ ਜਾਂਦਾ ਵੀ ਹੈ ਕਿੱਥੇ ਨੇ। ਛੋਟੇ ਸਤੰਭ ਲੇਖ। ਇਸ ਵਿੱਚ ਸਮਰਾਟ ਦੀ ਬੌਧੀ ਸੰਘ ਵਿੱਚ ਪੂਰਨ ਏਕਤਾ ਰੱਖਣ ਦੀ ਇੱਛਾ ਦਾ ਵਰਣਨ ਹੈ। ਇਸ ਵਿੱਚ ਸਮਰਾਟ ਦੀ ਬੌਧੀ ਸੰਘ ਵਿੱਚ ਪੂਰਨ ਏਕਤਾ ਰੱਖਣ ਦੀ
ਇੱਛਾ ਦਾ ਵਰਣਨ ਹੈ। ਦੇਖੋ ਜੇ ਸਮਰਾਟ ਨੇ ਬੁੱਧ ਧਰਮ ਵਿੱਚ ਆਏ ਤੇ ਉਹਨਾਂ ਨੇ ਬੁੱਧ ਧਰਮ ਦੇ ਜੋ ਸੰਘ ਸੀ ਉਹਦੇ 'ਚ ਪੂਰਨ ਏਕਤਾ ਰੱਖਣ ਦੀ ਇੱਛਾ ਪ੍ਰਗਟ ਕੀਤੀ ਹੈ ਵੀ ਇਹਨਾਂ 'ਚ ਏਕਤਾ ਹੋਣੀ ਚਾਹੀਦੀ ਹੈ। ਇਹ ਮੈਂਸ਼ਨ ਕੀਤਾ ਹੋਇਆ ਕਿ ਜੇ ਕਿਸੇ ਨੇ ਫੁੱਟ ਪਾਈ ਜਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਚਿੱਟੇ ਕੱਪੜੇ ਪਵਾ ਕੇ ਬਾਹਰ ਕੱਢ ਦਿੱਤਾ ਜਾਵੇਗਾ। ਉਸ ਸਮੇਂ ਦਾ ਰਿਵਾਜ ਹੋਊਗਾ ਜਾਂ ਕੁਛ ਹੋਊਗਾ ਇੱਦਾਂ ਦਾ ਵੀ ਚਿੱਟੇ ਕੱਪੜੇ ਪਵਾ ਕੇ ਆਪਾਂ ਨਿਕਾਲ ਦਿਓ। ਠੀਕ ਹੈ, ਇਹ ਲਿਖਿਆ ਗਿਆ ਇਹਦੇ ਵਿੱਚ। ਇਹ ਉੱਤਰ ਪ੍ਰਦੇਸ਼ ਵਿੱਚ ਸਾਰਨਾਥ, ਪ੍ਰਯਾਗ ਅਤੇ ਮੱਧ ਪ੍ਰਦੇਸ਼ ਵਿੱਚ ਸਾਂਚੀ ਦੇ ਸਥਾਨ ਤੇ ਮਿਲਦੇ ਹਨ। ਤਰਾਈ ਦੇ 2 ਸਤੰਭ ਲੇਖ। ਇਹ ਮਹਾਤਮਾ ਬੁੱਧ ਦੇ ਜਨਮ ਸਥਾਨ ਦੀ ਯਾਦਗਾਰ ਵਿੱਚ ਖੁਦਵਾਏ ਗਏ ਹਨ। ਇਹ ਮਹਾਤਮਾ ਬੁੱਧ ਦੇ ਜਨਮ ਸਥਾਨ ਦੀ ਯਾਦਗਾਰ ਵਿੱਚ ਖੁਦਵਾਏ ਗਏ ਹਨ। ਕਿਹੜੇ? ਤਰਾਈ ਦੇ 2 ਸਤੰਭ ਲੇਖ। ਇਹ ਨੇਪਾਲ ਦੇ ਤਰਾਈ ਵਿੱਚ ਹੈ। ਕਿੱਥੇ ਨੇ ਇਹ ਨੇਪਾਲ ਦੇ ਤਰਾਈ ਵਿੱਚ ਰੋਮਨ ਦੇਵੀ ਅਤੇ ਨਿਗਲੀਵ ਨਾਮਕ ਸਥਾਨ ਤੇ ਹਨ। ਠੀਕ ਹੈ ਜੀ, ਆਪਾਂ ਸਾਰਾ ਕੁਝ ਪੜ੍ਹਿਆ, ਧਿਆਨ ਨਾਲ ਦੇਖਿਆ। ਤੁਸੀਂ ਇਸ ਨੂੰ ਧਿਆਨ ਨਾਲ ਦੇਖਿਓ। ਉਮੀਦ ਹੈ ਤੁਹਾਨੂੰ ਪੜ੍ਹਾਇਆ ਹੋਇਆ ਸਮਝ ਆਇਆ ਹੋਊਗਾ। ਤੁਸੀਂ ਪਿਛਲੇ ਲੈਸਨਸ ਨੂੰ ਵੀ ਪੜ੍ਹ ਕੇ ਇਸ ਦੇ ਨਾਲ ਜੁੜ ਸਕਦੇ ਹੋ। ਧਿਆਨ ਨਾਲ ਪੜ੍ਹੋ, ਦੇਖੋ ਅਤੇ ਸਮਝੋ। ਧੰਨਵਾਦ। ਥੈਂਕ ਯੂ ਜੀ।